ਸੋ ਸ਼ਾਇਰੀ ਜਿਹੜੀ ਹੈ ਇੱਕ ਐਸਾ ਨਸ਼ਾ ਹੈ ਜਿਹੜਾ ਬਿਨ ਪੀਏ ਨਸ਼ਾ ਆਉਂਦਾ ਹੈ ਜੀ। ਪਹਿਲਾਂ ਮੈਂ ਬਹੁਤ ਖਾਮੋਸ਼ ਰਿਹਾ ਆਪਣੀ ਅਰਲੀ ਲਾਈਫ ਵਿੱਚ ਜੀ। ਇਸ ਸ਼ਾਇਰੀ ਨੇ ਮੈਨੂੰ ਬੋਲਣਾ ਸਿਖਾ ਦਿੱਤਾ। ਬਰਾੜ ਸਾਹਿਬ ਮੇਰੇ ਹਰ ਇੱਕ ਸ਼ੇਰ ਵਿੱਚ ਕੋਈ ਨਾ ਕੋਈ ਮੈਸੇਜ ਹੈਗਾ ਜੀ ਜਿਹੜਾ ਕਿ ਹਰ ਬੰਦੇ ਤੇ ਸ਼ਾਇਦ ਲਾਗੂ ਨਾ ਹੋਵੇ ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਦੇ ਹਿੱਸੇ ਵਿੱਚ ਉਹਨੂੰ ਇਹ ਸ਼ੇਰ ਜਿਹੜਾ ਹੈ ਨਾ ਅਪਲਿਫਟ ਕਰਦਾ ਹੈ। ਜੀ। जिंदगी एक अदा, एक हुनर, एक कमाल, जिनको जीना नहीं आता वो मर जाते हैं। वाह। अपने ही बोझ से हर डूबने वाला डूबा, कोई किसी को डुबोता नहीं है, इंसान खुद डूबता है। अपने ही बोझ से हर डूबने वाला डूबा, वरना तूफान से कश्ती तो निकल आई थी। वाह वाह वाह। BTV ਸਪੈਸ਼ਲ ਵਿੱਚ ਅੱਜ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਉਰਦੂ ਸ਼ਾਇਰੀ, ਔਰ ਇਸ ਉਰਦੂ ਸ਼ਾਇਰੀ ਵਾਸਤੇ ਅਸੀਂ ਜ਼ਹਿਮਤ ਦਿੱਤੀ ਹੈ ਸਾਡੇ ਮਿੱਤਰ ਤਾਰਿਕ ਮਲਿਕ ਹੋਰਾਂ ਨੂੰ। ਤਾਰਿਕ ਮਲਿਕ ਹੁਣੀ ਪਿੱਛੇ ਬੈਕ ਹੋਮ ਪਾਕਿਸਤਾਨ ਤੋਂ ਨੇ ਔਰ ਲਗਭਗ 4.5 ਦਹਾਕਿਆਂ ਤੋਂ ਉਹ ਕੈਨੇਡਾ 'ਚ ਪ੍ਰਵਾਸ ਕਰ ਰਹੇ ਨੇ ਔਰ ਉਹਨਾਂ ਦੀ ਸ਼ਾਇਰੀ ਕਈ ਵਾਰ ਸੁਣਨ ਦਾ ਮੌਕਾ ਮਿਲਿਆ। ਸੋ ਅੱਜ ਉਹਨਾਂ ਨੂੰ ਕਿਹਾ ਕਿ ਤੁਸੀਂ ਪਲੀਜ਼ ਸਾਡੇ ਦਰਸ਼ਕਾਂ ਵਾਸਤੇ ਵੀ ਕੁਝ ਸ਼ੇਰੋ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ। ਔਰ ਇਸ ਪ੍ਰੋਗਰਾਮ ਦੇ ਵਿੱਚ ਮੈਂ ਸਮਝਦਾ ਕਿ ਜਿੱਥੇ ਸਾਡਾ ਪੰਜਾਬੀਆਂ ਦਾ ਜਾਂ ਹਿੰਦੀ ਸਮਝਣ ਵਾਲਿਆਂ ਦਾ ਜਾਂ ਉਰਦੂ ਸਮਝਣ ਵਾਲਿਆਂ ਦਾ ਇੱਕੋ ਜਿਹਾ ਹੀ ਇੰਟਰਸਟ ਹੋਣਾ ਚਾਹੀਦਾ, ਹੁੰਦਾ ਵੀ ਹੈ। ਔਰ ਜਿੰਨੀ ਕੁ ਤੁਹਾਨੂੰ ਇਹ ਜ਼ਿਆਦਾ ਗਹਿਰਾਈ ਤੱਕ ਕੁਝ ਸ਼ੇਰੋ ਸ਼ਾਇਰੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਨਗੇ, ਉਹਦਾ ਥੋੜ੍ਹਾ ਬਹੁਤ ਉਹ ਅਰਥ ਵੀ, ਉਹਦੇ ਮੀਨਿੰਗ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ। ਸੋ ਆਪਣਾ ਸਭ ਦਾ ਮੁਹਾਂਦਰਾ ਭਾਵੇਂ ਪੰਜਾਬੀ ਬੋਲਣ, ਸਮਝਣ, ਲਿਖਣ 'ਚ ਹੋਇਆ, ਪਰ ਅਸੀਂ ਇਹ ਮਹਿਸੂਸ ਕੀਤਾ ਕਿ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਹੈ ਉਹ ਉਰਦੂ ਨੂੰ ਵੀ ਓਨਾ ਹੀ ਪਿਆਰ ਕਰਦੇ ਜਿੰਨਾ ਪੰਜਾਬੀ ਤੇ ਹਿੰਦੀ ਨੂੰ ਕਰਦੇ ਆ। ਸੋ ਤਾਰਿਕ ਮਲਿਕ ਹੋਣਾ ਦੀ ਜਾਣ ਪਛਾਣ ਇੰਨੀ ਕਹਿ ਕੇ ਉਹ ਇੰਨੇ ਕੁ ਸ਼ਾਇਰੀ ਦੇ ਉਹਨੂੰ ਸ਼ਾਇਰੀ ਇੰਨੀ ਕੁ ਉਹਨੂੰ ਪਸੰਦ ਹੈ ਕਿ ਉਹ ਬਹੁਤ ਡੂੰਘਾਈ ਤੱਕ ਸ਼ੇਰ ਉਹ ਲੱਭਣ ਦੀ ਕੋਸ਼ਿਸ਼ ਕਰਦੇ ਆ ਔਰ ਕਈ ਥਾਵਾਂ ਤੇ ਉਹਨਾਂ ਦੇ ਜਿਹੜੇ ਸ਼ੇਰ ਆ ਉਹ ਵੱਡੀਆਂ ਮਹਿਫਲਾਂ ਦੇ ਵਿੱਚ ਔਰ ਸੈਂਕੜੇ ਲੋਕਾਂ ਦੇ ਵਿੱਚ ਵੀ ਉਹਨਾਂ ਨੂੰ ਸੁਣਾਉਣ ਦਾ ਮੌਕਾ ਮਿਲਿਆ ਔਰ ਚੰਗੀ ਉਹਨਾਂ ਨੂੰ ਵਾਹ ਮਿਲੀ ਹੈ। ਸੋ ਹੁਣ ਅੱਜ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤਾਰਿਕ ਹੋਣਾ ਦਾ। ਸੋ ਮਲਿਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ ਹੈ ਔਰ ਸਾਡੇ ਦਰਸ਼ਕਾਂ ਨੂੰ ਅੱਜ ਬਸ ਸ਼ੇਰੋ ਸ਼ਾਇਰੀ ਨਾਲ ਨਿਹਾਲ ਕਰ ਦਿਓ, ਸਰਸਾਰ ਕਰ ਦਿਓ। ਸੋ ਸਭ ਤੋਂ ਪਹਿਲਾਂ ਤਾਂ ਦੱਸੋ ਵੀ ਤੁਸੀਂ ਕਾਫੀ ਚਿਰ ਦੇ ਆਏ ਹੋਏ ਹੋ ਪਾਕਿਸਤਾਨ ਤੋਂ। ਜੀ ਜੀ। ਇੱਥੇ ਵੀ ਤੁਹਾਡਾ ਵਾਹ ਜਿਹੜਾ ਹੈਗਾ ਉਹ ਉਸੇ ਤਰ੍ਹਾਂ ਸ਼ਾਇਰੀ ਨਾਲ ਤੁਸੀਂ ਕਾਇਮ ਰੱਖਿਆ। ਕੰਮ ਧੰਦੇ ਤੁਹਾਨੂੰ ਪਤਾ ਇੱਥੇ ਕਿੰਨੇ ਬਿਜ਼ੀ ਹੈਗੇ ਆ। ਸੋ ਤੁਸੀਂ ਕਿਉਂ ਇੰਨਾ ਪਿਆਰ ਕੀਤਾ ਸ਼ਾਇਰੀ ਨੂੰ? ਹਾਲਾਂਕਿ ਤੁਸੀਂ ਦੱਸਿਆ ਕਿ ਤੁਸੀਂ ਸਾਇੰਸ ਦੇ ਸਟੂਡੈਂਟ ਰਹੇ ਹੋ, ਕਦੋਂ ਤੋਂ ਤੁਸੀਂ ਸ਼ਾਇਰੀ ਦੇ ਨਾਲ ਜੁੜੇ ਹੋਏ ਹੋ? ਸਭ ਤੋਂ ਪਹਿਲੇ ਤਾਂ ਬਰਾੜ ਸਾਹਿਬ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਤੁਹਾਡੇ ਸਾਹਮਣੇ ਆ ਕੇ ਆਪਣੀ ਸ਼ਾਇਰੀ ਪੇਸ਼ ਕਰਾਂ। ਸ਼ਾਇਰੀ ਮੁਖਤਸਰ ਲਫ਼ਜ਼ਾਂ ਵਿੱਚ ਅਗਰ ਮੈਂ ਕਹਾਂ ਤੇ ਜ਼ਿੰਦਗੀ ਦੇ ਸਾਰੇ ਝਮੀਲਿਆਂ ਵਿੱਚੋਂ ਮਸਰੂਫੀਅਤ ਵਿੱਚੋਂ ਇਹ ਰਾਹੇ ਫਰਾਰ ਹੈ ਮੇਰੇ ਵਾਸਤੇ। ਜੇ ਅਗਰ ਇਹ ਰਾਹੇ ਫਰਾਰ ਮੇਰੇ ਵਾਸਤੇ ਨਾ ਹੋਵੇ ਤੇ ਸ਼ਾਇਦ ਮੈਂ ਕਿਸੇ ਦੂਸਰੇ ਮੁਆਮਲਾਤ ਦੇ ਵਿੱਚ ਆਪਣੇ ਆਪ ਨੂੰ ਇੰਡਲਜ ਕਰ ਲਾਂ which may not be right for my health and well-being। ਸੋ ਸ਼ਾਇਰੀ ਜਿਹੜੀ ਹੈ ਇੱਕ ਐਸਾ ਨਸ਼ਾ ਹੈ ਜਿਹੜਾ ਬਿਨ ਪੀਏ ਨਸ਼ਾ ਆਉਂਦਾ ਹੈ। ਤੇ ਸ਼ਾਇਰੀ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਸ਼ਾਇਰੀ ਇੱਕ बोलती हुई तस्वीर है जी, और मुसव्विरी एक खामोश शायरी है। पहला मैं बहुत खामोश रहा अपनी अर्ली लाइफ विच, इस शायरी ने मैनू बोलना सिखा दिता है कि बोलना भी चाहिए और दिल तो बोलना चाहिए। जिस वक्त तुसी दिल तो बोलते हो तो फिर तुहानू बोलना आसान हो जाता है। बिल्कुल। सो दर्शकों इन्हां दा जिहड़ा बैकग्राउंड आ ओह लैंदे पंजाब तो है, ਪਰ ਬਹੁਤਾ ਸਮਾਂ ਇਹਨਾਂ ਨੇ ਕਿਉਂਕਿ ਕਰਾਚੀ 'ਚ ਗੁਜ਼ਾਰਿਆ, ਸੋ ਇਸ ਕਰਕੇ ਜ਼ਿਆਦਾ ਇਹਨਾਂ ਦੀ ਜਿਹੜੀ ਭਾਸ਼ਾ ਉਹ
ਉਰਦੂ ਵਿੱਚ ਹੈ, ਉਰਦੂ 'ਚ ਇਹ ਗੱਲਬਾਤ ਕਰਨੀ ਪਸੰਦ ਕਰਦੇ, ਪਰ ਫਿਰ ਵੀ ਪੰਜਾਬੀ ਨੂੰ ਸਮਝਦੇ ਆ, ਗੱਲਬਾਤ ਵਧੀਆ ਕਰਦੇ ਪੰਜਾਬੀ 'ਚ ਵੀ। ਸੋ ਹੁਣ ਬੇਨਤੀ ਹੈ ਤੁਹਾਨੂੰ, ਰਿਕੁਐਸਟ ਹੈ ਕਿ ਤੁਸੀਂ ਸ਼ੁਰੂਆਤ ਕਰੋ, ਕਿਹੜੀ ਕਿਸ ਸ਼ਾਇਰ ਤੋਂ ਜਾਂ ਕਿਸ ਸ਼ੇਅਰ ਤੋਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣੀ ਚਾਹੋਗੇ? ਬਰਾੜ ਸਾਹਿਬ, ਮੇਰੇ ਹਰ ਇੱਕ ਸ਼ੇਰ ਵਿੱਚ ਕੋਈ ਨਾ ਕੋਈ ਮੈਸੇਜ ਹੈਗਾ ਜੀ, ਜਿਹੜਾ ਕਿ ਹਰ ਬੰਦੇ ਤੇ ਸ਼ਾਇਦ ਲਾਗੂ ਨਾ ਹੋਵੇ, ਲੇਕਿਨ ਕਿਸੇ ਨਾ ਕਿਸੇ ਤਰ੍ਹਾਂ ਜ਼ਿੰਦਗੀ ਦੇ ਹਿੱਸੇ ਵਿੱਚ ਉਹਨੂੰ ਇਹ ਸ਼ੇਰ ਜਿਹੜਾ ਹੈ ਨਾ ਅਪਲਿਫਟ ਕਰਦਾ ਹੈ। ਜੀ, ਤੇ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਾਂਗਾ ਕਿ ਸ਼ਾਇਰ ਦੀ ਤਾਰੀਫ ਕੀ ਹੈਗੀ। ਜੀ, ਜੋ कहता है सच कहता है, उसको कहे जमाना शायर। ਵਾਹ, ਤੇ ਸ਼ਾਇਰੀ ਜਿਸ ਤਰ੍ਹਾਂ ਮੇਰੀ ਜ਼ਿੰਦਗੀ 'ਚ ਦਾਖਲ ਹੋਈ, ਉਹਦੀ ਆਪਣੀ ਇੱਕ ਹਿਸਟਰੀ ਹੈਗੀ ਏ, ਤੇ ਉਹਦੇ ਬਾਰੇ 'ਚ ਸਬਾ ਅਕਬਰ ਆਬਾਦੀ ਦਾ ਸ਼ੇਰ ਹੈਗਾ, ਐ ਸਬਾ ਦਿਲ में न हो क्यों एहतरामे शायरी, शायरी ने तरबियत दी है मुझे माँ की तरह। ਵਾਹ, ਤੇ ਸ਼ਾਇਰੀ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ, ਮੈਂ ਜ਼ਿੰਦਗੀ ਦੇ ਪਹਿਲੇ ਹਿੱਸੇ ਵਿੱਚ ਜ਼ਿਆਦਾਤਰ ਖਾਮੋਸ਼ ਰਹਿਣਾ ਸਾਂ, ਆਪਣੀ ਰਾਏ ਦਾ ਵੀ ਇਜ਼ਹਾਰ ਨਹੀਂ ਸਾਂ ਕਰਦਾ। ਤੇ ਉਹਦੇ ਬਾਰੇ 'ਚ ਮੈਂ ਜਿਸ ਵਕਤ ਸ਼ੇਰ ਪੜ੍ਹਿਆ ਤੇ ਮੈਂ ਸਮਝਿਆ ਇਹ ਮੇਰੇ ਤੇ ਲਾਗੂ ਹੁੰਦਾ ਹੈ। ਤੇ ਉਹਦੇ ਵਿੱਚ ਸ਼ਾਇਰ ਕਹਿੰਦਾ ਹੈ, ਕਬ ਸੇ ਖਾਮੋਸ਼ ਹੂੰ ਸਾਕਿਤ ਹੂੰ किसी बुत की तरह, वाह, कब से खामोश हूँ साकित हूँ किसी बुत की तरह, मौसम आते हैं मुझे छू के गुजर जाते हैं। वाह जी। ਤੇ ਸ਼ਾਇਰੀ ਨੇ ਮੈਨੂੰ ਜੋ ਕੁਝ ਸਿਖਾਇਆ ਹੈ, ਬਹੁਤ ਕੁਝ ਸਿਖਾਇਆ ਹੈ, ਤੇ ਉਹਦੇ ਵਿੱਚ ਜ਼ਿੰਦਗੀ ਦੇ ਜੀਣੇ ਦੇ ਤਰੀਕੇ ਔਰ ਕਰੀਨੇ ਵੀ ਸਿਖਾਏ ਨੇ। ਤੇ ਸ਼ਾਇਰੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਇੱਕ ਸ਼ਾਇਰ ਨੇ ਬੋਲਿਆ ਹੈ, ਜ਼ਿੰਦਗੀ ਇੱਕ ਅਦਾ, ਇੱਕ ਹੁਨਰ, ਇੱਕ ਕਮਾਲ, जिनको जीना नहीं आता वो मर जाते हैं। तो मैं जिंदा रहने के लिए ये शायरी पढ़ता हूँ जो मुझे इस वक्त से अगले वक्त में बड़ी आसानी से पहुंचा देती है। अब कमाल की बातें अगर शुरू हुई हैं तो चंद शेर मैं पेश करना चाहूँगा ताकि लोग जो हैं वो इसके साथ इन शेरों को जोड़ के और लुत्फ उठा सकें। जी। अब शायर का अंदाज ये है कि कमाल क्या होता है। खिज़ां की रुत में गुलाब लहजा बना के रखना, कमाल ये है। हवा की जद पे दिया जलाना, जला के रखना, कमाल ये है। जरा सी लग़ज़िश पे तोड़ देते हैं सब ताल्लुक। लग़ज़िश कहते हैं गलती को, वो रिश्तों में भी गलती हो सकती है, वो जिंदगी के किसी हिस्से में भी आके गलती हो सकती है जिससे रिश्ते टूट जाते हैं। जरा सी लग़ज़िश पे तोड़ देते हैं सब ताल्लुक, सो ऐसे वैसों से भी ताल्लुक बना के रखना, कमाल ये है। किसी को देना ये मशवरा कि वो दुख बिछड़ने का भूल जाए, किसी को देना ये मशवरा कि वो दुख बिछड़ने का भूल जाए, और ऐसे लम्हे में अपने आंसू छुपा के रखना, कमाल ये है। ख्याल अपना, मिजाज अपना, पसंद अपनी, कमाल क्या है। शायर कहता है ਇਹਦੇ ਚ ਕੀ ਖਿਆਲ ਹੈ ਤੁਹਾਡਾ, ਆਪਣਾ ਖਿਆਲ ਤੇ ਆਪਣਾ ਮਿਜ਼ਾਜ, ਆਪਣੀ ਪਸੰਦ, ਸਾਰੀਆਂ ਚੀਜ਼ਾਂ ਤੁਹਾਡੀ ਆਪਣੀ ਪਸੰਦ ਦੀਆਂ। जी। ख्याल अपना, मिजाज अपना, पसंद अपनी, कमाल क्या है। जो यार चाहे वो हाल अपना बना के रखना, कमाल ये है। वाह जी वाह, वाह वाह। किसी की राह से यहाँ है जीने के तरीके, किसी की राह से खुदा की खातिर उठा के कांटे, हटा के पत्थर, फिर उसके आगे निगाह अपनी झुका के रखना, कमाल ये है। वो जिसको देखे
तो दुख कलश कर भी लड़खड़ाए, शिकस्त खाए, लबों पे अपने वो मुस्कुराहट सजा के रखना कमाल ये है। आखिरी शेर इसमें ये है, हजार ताकत हो 100 दलीलें हों, फिर भी लहजे में आजिज़ी रखना, अदब की लज्जत दुआ की खुशबू बसा के रखना कमाल ये है। वाह वाह वाह, ਬਹੁਤ ਮਜ਼ਾ ਆਇਆ ਤਾਰਕ ਸਾਹਿਬ। ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਵਧੀਆ ਇਹ ਸ਼ੇਰੋ ਸ਼ਾਇਰੀ ਸਿਲੈਕਟ ਕੀਤੀ ਹੈ। ਹਾਂਜੀ, ਤੁਹਾਡੀ ਜਿਹੜੀ ਸਿਲੈਕਸ਼ਨ ਹੈ, ਤੁਸੀਂ ਕਿਵੇਂ ਸ਼ੇਅਰਸ ਦੀ ਸਿਲੈਕਸ਼ਨ ਕਰਦੇ ਹੋ ਕਿ ਆਪਣੇ ਜਿਹੜੇ ਤੁਹਾਨੂੰ ਬਹੁਤ ਪਸੰਦ ਹੈ, ਜਿਹੜੇ ਤੁਹਾਡੀ ਜ਼ਿੰਦਗੀ ਨਾਲ ਵਾਬਸਤਾ ਹੁੰਦੇ ਹੈ, ਇਸ ਤਰ੍ਹਾਂ ਦੀ ਸ਼ਾਇਰੀ ਸਿਲੈਕਟ ਕਰਦੇ ਹੋ ਜਦੋਂ ਵੀ ਕਰਦੇ ਹੋ? आपने सवाल करके मेरी बात का खुद ही जवाब दे दिया है। सबसे पहले तो मैं कोशिश करता हूँ वो शेर सेलेक्ट करूँ जो मेरी समझ में आया है। दूसरा ये कि उसको किस हवाले से मैं सेलेक्ट करूँ, वो मेरी ज़िंदगी का कोई हिस्सा है, मेरी ज़िंदगी में शायद कोई सवाल हो जिसका मैं जवाब चाहता हूँ, उसके बारे में ये शेर शायद मुझे अपने ख्यालात के इजहार करने में हेल्प करे। जी, तो शायरी में यही होता है कि सबसे पहले मैं कोशिश ये करता हूँ कि मुझे इजहार करने का कोई ढंग अच्छा सा मिल जाए। अगर मैंने किसी से शिकायत भी करनी है तो अच्छे लफ्ज़ों से अगर मैं कर सकूं तो वो ये शेर मुझे बहुत हेल्प देते हैं कन्वर्सेशन में। जी, और ਉਸ ਤੋਂ ਹੋਰ ਅੱਗੇ ਆਪਾਂ ਕਿਹੜੇ ਸ਼ਾਇਰ ਨੂੰ ਤੁਸੀਂ ਸੁਣਾ ਰਹੇ ਹੋ ਸਾਨੂੰ? शायर तो मेरे पास मुख्तलिफ किस्म के हैं, लेकिन एक शायर हैं जिनका नाम है परतपाल सिंह जी। उनके शेर से मुझे काफ़ी नुक्ते मिलते हैं जिसके बारे में मैं खुद सोचता हूँ और मेरी सोच का जो पैराशूट है वो खुल जाता है, मेरा जहन खुल जाता है और वक्त के बारे में बहुत कुछ पढ़ता हूँ कि वक्त क्या है। एक जगह लिखा हुआ था, जिंदगी नाम है सिर्फ वक्त का, वक्त खत्म हो गया, आपकी जिंदगी खत्म हो गई। और फिर मैं कहता हूँ कि जमाना भी वक्त के साथ मुंसलिक है। तो ये परतपाल सिंह कहते हैं, वक्त की रफ्तार से आगे निकल सकना है शर्त, वक्त की रफ्तार से आगे निकल सकना है शर्त, एक मौसम वो भी है जो साल भर होता नहीं। फिर परतपाल सिंह साहब भी कहते हैं कि वक्त से आगे गुजरने की सजा, कि भाई वक्त से अगर आप आगे निकल जाएं तो उसकी सजा भी है। वक्त से आगे गुजरने की सजा, आदमी तन्हा रह जाता है, लिहाजा शांति इसी में है कि आप वक्त के साथ साथ चलें और वक्त आपको साथ लेके आगे बढ़ेगा, आप भी आगे बढ़ेंगे और बहुत आगे जाके आप तन्हा नहीं होंगे, लिहाजा स्लो डाउन। जी, एक सोचने और समझने के लिहाज से ये शेर में बहुत गहराई भी है और ऊंचाई भी है, दोनों चीजें शामिल हैं। ये शायर कहता है, सोचता ही रहता हूँ वो जहान कैसा है, सोचता ही रहता हूँ वो जहान कैसा है, दूसरी तरफ से ये आसमान कैसा है, ये दुनिया है यहाँ का जो है अफसाना यहीं तक है, हमारा इसके हंगामों से याराना यहीं तक है। अब याराने के लिहाज से बड़े अच्छे ताल्लुकात भी होते हैं जिसमें मैं रिश्तों को कायम रखने का बहुत कायल हूँ, किसी तरह भी हो
رشتے ٹوٹنے نہیں چاہیے۔ تو ایک جگہ ایک شاعر کہتا ہے، میں نہیں سمجھتا کہ اس کو میں ایکسپلین کروں، لیکن سننے اور دیکھنے والے خود ہی اندازہ کر سکتے ہیں کہ اس کے کیا مطلب، اس کے کیا معنی ہے۔ ایک تعلق کو بکھرنے سے بچانے کے لیے، ایک تعلق کو بکھرنے سے بچانے کے لیے میرے دن رات گزرتے ہیں اداکاری میں۔ اس کا مطلب یہ ہے کہ میں رشتوں کو بچانے کے لیے جو بھی ایکٹنگ کر سکتا ہوں میں کرتا ہوں کہ میرا رشتہ برقرار رہے، ٹوٹے نہیں۔ بالکل، بہت صحیح۔ اب آج کل کے دور کے لحاظ سے یہ ایک خیال ہے جو شاعر پیش کر رہا ہے، میں اپنی زبان سے پیش کر رہا ہوں، خیال کسی کا ہے، اور جو سنے جو سمجھے وہ اس کی تشریح اپنے انداز سے کر سکتا ہے۔ محبتوں کے وہ رسم و رواج ہی نہ رہے، محبتوں کے وہ رسم و رواج ہی نہ رہے، نہ بے وفا ہے کوئی اب، نہ بے وفا ہے کوئی اب، نہ با وفا ہے کوئی۔ بڑے افسوس کی بات ہے کہ اس دور میں وفا نام کی کوئی چیز نہیں ہے، لوگ تعلق توڑ کے دوسرے جوڑ لیتے ہیں۔ تو شاعر یہی کہتا ہے کہ اس تیز رفتار زمانے میں کوئی بے وفائی نہیں کرتا، تعلق توڑ کے کسی اور کو وفائیں پیش کی جاتی ہیں۔ ہوگا کوئی مجنوں کبھی، ہوگی کوئی لیلا، ہوگا کوئی مجنوں کبھی، ہوگی کوئی لیلا، وہ اور جہاں تھا، یہ جہاں اور ہے کوئی۔ کتنا بھٹکا ہوا احساس بشر لگتا ہے، کتنا بھٹکا ہوا احساس بشر لگتا ہے، آج دنیا کا ہر ایک عیب ہنر لگتا ہے۔ سوچنے کی بات ہے۔ بالکل صحیح۔ نئی تہذیب زمانے کو نہ کر دے برباد، نئی تہذیب زمانے کو نہ کر دے برباد، اے مجاز آج ہر ایک موڑ پہ ڈر لگتا ہے۔ زمانہ AI کی جانب بڑھ رہا ہے، اور یہ شاعر جو ہیں مجاز حنفی، انہوں نے کہا ہے نئی تہذیب کے مطابق مجھے تو ہر موڑ پہ اب ڈر لگنا شروع ہو گیا۔ بالکل صحیح ہے، بہت خوب۔ جان ایلیا کا ایک شعر میرے سامنے ہے، بہت چھوٹا ہے، اور اس میں اگر کوئی شخص آپ کا حال پوچھے یا میرا حال پوچھے تو میں یوں جواب دوں گا، جو گزاری نہ جا سکی ہم سے، جو گزاری نہ جا سکی ہم سے، ہم نے وہ زندگی گزاری ہے۔ واہ واہ واہ۔ اب پہلے بھی ہم نے کمال کی بات کی تھی تو 2 شعر اور مل گئے ہیں۔ ہم نے ہر حال میں گزاری ہے، ہم نے ہر حال میں گزاری ہے، ہم نے ہر حال میں کمال کیا، جب شہر کے لوگ نہ رستہ دیں۔ انشا جی کا شعر ہے، انشا جی اٹھو اب کوچ کرو، اس شہر میں جی کو لگانا کیا، جس شہر کے لوگ نہ رستہ دیں، جو بن میں جا بسرام کریں۔ انشا جی اٹھو اب کوچ کرو، اس شہر میں جی کا لگانا کیا۔ تو اسی طرح سے میں اپنی گفتگو کرتا ہوں۔ ایک چھوٹا سا شعر ہے لوگوں کو بتانے کے لیے کہ اس میں غالب نے کیا دیکھا، جو غالب ایک اردو کا عظیم شاعر ہے، اس کے ہم عصر ایک شاعر تھے مومن خان مومن، تو انہوں نے ایک شعر بڑا سادہ جو ہے اپنے کلام میں پیش کیا جو غالب کو کتنا پسند آیا۔ پہلے وہ شعر سن لیجئے۔ تم میرے پاس ہوتے ہو گویا، تم میرے پاس ہوتے ہو گویا،
جب دوسرا نہیں ہوتا. غالب نے کہا تھا میرا سارا کلام یہ شاعر لے لے اور یہ شعر میرے نام کر دے کہ میں نے کہا ہوا ہے. اس میں اس نے کہا ہے اپنے محبوب کو کہ میں تمہیں اس وقت اپنے پاس پاتا ہوں جب میرے پاس کوئی نہیں ہوتا. سو یہ زبان بڑی میٹھی ہے اردو, اور سب ਨੂੰ ਸ਼ੇਰ و ਸ਼ਾਇਰੀ ਜਿਹੜੀ ਆ ਉਹ ਬਾਕੀ ਭਾਸ਼ਾਵਾਂ ਨਾਲੋਂ, ਹਾਲਾਂਕਿ ਸਾਰੀਆਂ ਭਾਸ਼ਾਵਾਂ ਬਹੁਤ ਵਧੀਆ, ਬਹੁਤ ਮਿੱਠੀਆਂ, ਪਰ ਜਿਹੜੀ ਸ਼ਾਇਰ و ਸ਼ਾਇਰੀ ਸਾਨੂੰ ਸੁਣਨ ਦਾ, ਮਾਨਣ ਦਾ ਉਰਦੂ ਦੀ ਸ਼ਾਇਰੀ ਦਾ ਮੌਕਾ ਮਿਲਦਾ, ਉਹ ਬਹੁਤ ਹੋਰ ਤਰ੍ਹਾਂ ਦਾ ਬਹੁਤ ਵਧੀਆ ਹੁੰਦਾ. ਸੋ ਇਸੇ ਕਰਕੇ ਤਾਰਕ ਸਾਹਿਬ ਅੱਜ ਸਾਨੂੰ ਸਰਸ਼ਾਰ ਕਰ ਰਹੇ ਆਪਣੀ ਉਰਦੂ ਸ਼ਾਇਰੀ ਨਾਲ. ਉਹ ਬੜਾ ਸਿਲੈਕਟਡ ਕਲਾਮ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ. ਜੀ ਤਾਰਕ ਜੀ, ਅਗਲਾ آگے دو شعر شروع میں شاید رہ گئے تھے تو وہ میں پیش کر رہا ہوں, اور میں اپنے جذبات کا اظہار کرتا ہوں اپنی خاموشی کے زمانے سے, اور آج جو موقع ملا ہے بولنے کے وقت تک. تو اس سے پہلے اگر مجھ سے کوئی پوچھتا, کوئی زندگی کے بارے میں سوال کرتا, تو میں یوں جواب دیتا, یہ میرے اپنے شعر نہیں ہے, کسی کا شعر ہیں. چھپائے دل میں غموں کا جہان بیٹھے ہیں, چھپائے دل میں غموں کا جہان بیٹھے ہیں, تمہاری بزم میں ہم بے زبان بیٹھے ہیں. یہ اور بات کہ منزل پہ ہم پہنچ نہ سکے, یہ اور بات کہ منزل پہ ہم پہنچ نہ سکے, مگر یہ کم ہے کہ راہوں کو چھان بیٹھے ہیں. اب زندگی کے اتار چڑھاؤ, جس کو اردو میں بڑا خوبصورت لفظ ہے نشیب و فراز کہا جاتا ہے, اس میں زندگی کے معنی کچھ سمجھ میں آنا شروع ہوتے ہیں. اگر آپ راستے سے ہٹ بھی جائیں, زندگی میں ایسا ہوتا ہے, تو اس میں شاعر کہتا ہے کہ زندگی کے تجربات نیگیٹو اور پازیٹیو جو بھی ہوئے ہیں, اس کا نچوڑ یہ ہے, نہ لفظ گل کو سمجھتے نہ خار کے معنی. گل کہتے ہیں پھول کو, خار کہتے ہیں کانٹے کو. نہ لفظ گل کو سمجھتے نہ خار کے معنی, بچا بچا کے جو دامن گزر گئے ہوتے. اگر آپ سب سے اپنا دامن چھڑا کے چلے جائیں اور سیف اور سیکیور زندگی گزار لیں, اور زندگی کے تجربے سے زندگی کی محبتوں اور نفرتوں کی ٹیسٹ کے بغیر اس دنیا سے رخصت ہو جائیں, تو وہ کوئی جینا نہیں. بالکل صحیح ہے. ایک اور شعر پیش کرتا ہوں اگر اجازت ہو تو. جی بالکل, ارشاد. اپنے ہی بوجھ سے ہر ڈوبنے والا ڈوبا, کوئی کسی کو ڈبوتا نہیں ہے, انسان خود ڈوبتا ہے. اپنے ہی بوجھ سے ہر ڈوبنے والا ڈوبا, ورنہ طوفان سے کشتی تو نکل آئی تھی. واہ واہ واہ, بالکل بہت صحیح. اب جو میری بات سن رہے ہیں, مجھے دیکھ رہے ہیں, شاید ان کے دل میں یا آپ کے دل میں براڑ صاحب کوئی یہ سوال ہو, تو میں اس کا جواب پہلے سے ہی لکھ کے لایا ہوں کسی اور شاعر کی زبانی. جی. شاعری کو دیکھ کر میری لوگ کہتے ہیں کوئی تو ہوگا. شاعری کو دیکھ کر میری لوگ کہتے ہیں کوئی تو ہوگا, ہم دل ہی دل میں مسکرا دیتے ہیں, کاش کوئی تو ہوتا. واہ جی واہ. ایک شعر ہے جس میں ہم جتنے بھی امیگرینٹس ہیں, جہاں سے بھی آئے ہوئے ہیں, ہم کتنے ہی خوشحال اور خوش کیوں نہ ہوں, اس ملک میں اپنے ملک سے چھوڑ کے آ کے خوشحال ہونے میں کوئی نہ کوئی کمی تو ضرور محسوس ہوتی ہے. جی. تو اس شاعر نے کہا ہے کہ عجب کمال سے اس نے سجائی ہے دنیا. جی. عجب کمال سے اس نے سجائی ہے دنیا, قفس میں رہ کے بھی
लगता है हम कफस में नहीं। वाह जी। कफस कहते हैं कैद को, आम तौर पे इसको पिंजरा कहा जाता है उर्दू शायरी की जुबान में, कि आप यहाँ आके एक पिंजरे में तो बंद हो गए हैं, लेकिन लगता नहीं है कि आप पिंजरे में हैं। ਸੋ ਦਰਸ਼ਕੋ, ਸਮੇਂ ਦੀ ਬੜੀ ਪਾਬੰਦੀ ਹੁੰਦੀ ਹੈ। ਬੜਾ ਮਨ ਕਰਦਾ ਹੈ ਕਿ ਤਾਰਕ ਸਾਹਿਬ ਤੋਂ ਹੋਰ ਸ਼ੇਰੋ ਸ਼ਾਇਰੀ ਸੁਣਦੇ ਜਾਈਏ, ਪਰ ਹੁਣ ਪ੍ਰੋਗਰਾਮ ਦੇ ਮੁਤਾਬਕ, ਸਮੇਂ ਦੇ ਮੁਤਾਬਕ ਬਸ 1-2 ਮਿੰਟ ਹੀ ਸਾਡੇ ਕੋਲ ਹੈਗੇ ਆ। ਸੋ ਤਾਰਕ ਸਾਹਿਬ, ਹੁਣ ਇਹਨੂੰ ਆਪਾਂ रैप अप करना। चलो जी, मैं जल्दी से एक अहमद फराज की गजल सुना देता हूँ, अगर टाइम कम हो तो इशारा कर दीजिएगा। ये तो पूरी करो आप। अभी कुछ और करिश्मे गजल के देखते हैं, अभी कुछ और करिश्मे गजल के देखते हैं, फराज अब जरा लहजा बदल के देखते हैं। जुदाइयाँ तो मुकद्दर हैं फिर भी जाने सफर, जुदाइयाँ तो मुकद्दर हैं फिर भी जाने सफर, कुछ और दूर जरा साथ चल के देखते हैं। राहे वफा में हरीफे खराम कोई तो हो, सो अपने आप से आगे निकल के देखते हैं। तू सामने है तो फिर यकीन क्यों नहीं आता, तू सामने है तो फिर यकीन क्यों नहीं आता, ये जो बार बार आंखों को मल के देखते हैं। न तुझको मात हुई न मुझको मात हुई, ये रिलेशनशिप और ताल्लुक के बारे में भी आप शेर समझ सकते हैं, अप्लाई कर सकते हैं। न तुझको मात हुई न मुझको मात हुई, सो अब के दोनों ही चालें बदल के देखते हैं। अभी तलक तो न कुंदन हुए न राख हुए, अभी तलक तो न कुंदन हुए न राख हुए, हम अपनी आग में हर रोज जल के देखते हैं। बहुत दिनों से नहीं है कुछ उसकी खैर खबर, बहुत दिनों से नहीं है कुछ उसकी खैर खबर, चलो फराज कुए यार चल के देखते हैं। वाह जी वाह, थैंक यू सो मच। बहुत मेहरबानी साहब, बहुत मेहरबानी ਤਾਰਕ ਜੀ। ਦਰਸ਼ਕੋ, ਮੈਨੂੰ ਲੱਗਦਾ ਕਿ ਤੁਹਾਨੂੰ ਇਹ ਸ਼ੇਰੋ ਸ਼ਾਇਰੀ ਤਾਰਕ ਮਲਿਕ ਹੋਣਾ ਦੀ ਬਹੁਤ ਵਧੀਆ ਲੱਗੀ ਹੋਊਗੀ, ਔਰ ਤੁਸੀਂ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਆਪਣੇ ਵਿਚਾਰ ਲਿਖਣੇ, ਕਮੈਂਟ ਲਿਖਣੇ, ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਇਹ ਸ਼ਾਇਰੀ ਕਿੰਨੀ ਕੁ ਪਸੰਦ ਹੈ। ਤੁਸੀਂ ਇਹਨੂੰ, ਸਾਡਾ ਇਹ ਮਕਸਦ ਹੈ ਕਿ ਜੇ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਉਂਦਾ ਸ਼ੇਰੋ ਸ਼ਾਇਰੀ ਦਾ, ਉਰਦੂ ਦੀ ਦਾ ਖਾਸ ਤੌਰ 'ਤੇ, ਤਾਂ ਅਸੀਂ ਇਹਨੂੰ ਬਾਰ-ਬਾਰ ਤਾਰਕ ਸਾਹਿਬ ਨੂੰ ਬੇਨਤੀ ਕਰੀਏ ਤੇ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ, ਤੇ ਤੁਸੀਂ ਜ਼ਰੂਰ ਆਪਣੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਲਿਖਣੇ। ਔਰ ਮੈਂ ਸਮਝਦਾ ਕਿ ਇਹਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਸ਼ੇਰੋ ਸ਼ਾਇਰੀ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ। ਤੱਕ ਸਾਹਿਬ, ਤੁਹਾਡਾ ਬਹੁਤ-ਬਹੁਤ ਥੈਂਕ ਯੂ, ਬਹੁਤ ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਨੂੰ ਤੁਸੀਂ ਇੰਨੀ ਵਧੀਆ ਸ਼ਾਇਰੀ ਨਾਲ ਸਰਸ਼ਾਰ ਕੀਤਾ। ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਦਰਸ਼ਕੋ, ਇਹਦੇ ਨਾਲ ਹੀ ਪ੍ਰੋਗਰਾਮ ਖਤਮ ਕਰ ਦੀ ਦਿਓ ਮੈਨੂੰ ਆ ਗਿਆ। ਇਸੇ ਤਰ੍ਹਾਂ ਫਿਰ BTV ਸਪੈਸ਼ਲ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਰਵਾਂਗੇ। ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ BTV। ਬੀ ਪੋਜ਼ਿਟਿਵ, ਬੀ ਯੋਰਸੈਲਫ।